ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਇਸ ਚੈਨਲ ਉੱਪਰ। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਿਵਰਾਜ ਵੀਰ ਦੁਆਰਾ ਰਚਿਤ ਨਾਟਕ ਸ਼ਾਇਰੀ ਦੇ ਵਿੱਚ ਨਾਰੀ ਚੇਤਨਾ ਕਿਸ ਤਰ੍ਹਾਂ ਪੇਸ਼ ਕੀਤੀ ਗਈ ਹੈ। ਤਾਂ ਜਿਹੜਾ ਮਨੁੱਖੀ ਸਮਾਜ ਹੈ, ਇਸ ਵਿੱਚ ਔਰਤ ਅਤੇ ਮਰਦ ਦੋ ਅਜਿਹੀਆਂ ਇਕਾਈਆਂ ਹਨ ਜੋ ਸਾਰੇ ਸਮਾਜਿਕ ਤਾਣੇ ਬਾਣੇ ਦਾ ਆਧਾਰ ਹਨ। ਇਹ ਦੋਵੇਂ ਇਕਾਈਆਂ ਹੀ ਬਰਾਬਰ ਦੀ ਮਹੱਤਤਾ ਦੀ ਲਿਖਾਈ ਕਰਨ, ਪਰੰਤੂ ਪੁਰਾਤਨ ਸਮੇਂ ਤੋਂ ਹੀ ਜਿਹੜੀ ਔਰਤ ਨੂੰ ਸਮਾਜ ਵਿੱਚ ਇੱਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਉਸਨੂੰ ਸਮਾਜ ਵਿੱਚ ਦੁਜੈਲਾ ਸਥਾਨ ਹਾਸਲ ਰਿਹਾ ਹੈ। ਕਹਿਣ ਦਾ ਭਾਵ ਹੈ ਕਿ ਮਰਦ ਜਿਹੜਾ ਉਹ ਸਮਾਜ ਦਾ ਪ੍ਰਧਾਨ ਰਿਹਾ ਤੇ ਔਰਤ ਨੂੰ ਦੂਜਾ ਸਥਾਨ ਹਾਸਲ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਸ ਵਿਤਕਰੇ ਦੇ ਵਿਰੁੱਧ ਕਿਸੇ ਵੱਲੋਂ ਵੀ ਆਵਾਜ਼ ਨਹੀਂ ਉਠਾਈ ਗਈ। ਮੱਧਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਸੀ ਤੇ 20ਵੀਂ ਸਦੀ ਦੇ ਵਿੱਚ ਪਹੁੰਚ ਕੇ ਭਾਵੇਂ ਔਰਤ ਦੀ ਸਥਿਤੀ ਕੁਝ ਸੁਧਰੀ ਹੈ, ਪਰੰਤੂ ਅਜੇ ਵੀ ਜਿਹੜੀ ਔਰਤ ਨੂੰ ਮਰਦਾਂ ਦੇ ਬਰਾਬਰ ਜਿਹੜੇ ਹੱਕ ਉਹ ਨਹੀਂ ਮਿਲੇ, ਅਸੀਂ ਕਹਿ ਸਕਦੇ ਹਾਂ ਕਿ। ਤੇ ਆਧੁਨਿਕ ਕਾਲ ਦੇ ਸਾਹਿਤ ਜੇ ਬਾਰੇ ਅਸੀਂ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੇਖਕ ਜਿਹੜੇ ਉਹ ਨਾਰੀ ਚੇਤਨਾ ਦੇ ਸੰਬੰਧੀ ਸਾਹਿਤ ਵੀ ਰਚ ਰਹੇ ਨੇ। ਤੇ ਡਾਕਟਰ ਸ਼ਿਵਰਾਜ ਵੀਰ ਵੀ ਇੱਕ ਅਜਿਹਾ ਹੀ ਨਾਮ ਹੈ ਇਹਨਾਂ ਦੇ ਵਿੱਚ, ਜਿਸ ਨੇ ਆਪਣੇ ਕੁਝ ਨਾਟਕਾਂ ਵਿੱਚ ਔਰਤ ਦੀ ਤਰਾਸਦੀ ਨੂੰ ਬਿਆਨ ਕੀਤਾ ਗਾ। ਤਾਂ ਇਹਦੇ ਵਿੱਚ ਉਸਦਾ ਨਾਟਕ ਸ਼ਾਇਰੀ ਵੀ ਆਉਂਦਾ ਗਾ। ਤਾਂ ਇਸ ਨਾਟਕ ਸ਼ਾਇਰੀ ਵਿੱਚ ਉਸਨੇ 18ਵੀਂ ਸਦੀ, ਇੱਥੇ ਗਲਤੀ ਨਾਲ ਲਿਖਿਆ ਹੋਇਆ, ਇੱਥੇ 19ਵੀਂ ਸਦੀ ਹੈ। 19ਵੀਂ ਸਦੀ ਦੇ ਆਰੰਭ ਵਿੱਚ ਜੋ ਔਰਤ ਦੀ ਸਥਿਤੀ ਸੀ ਉਸਨੂੰ ਪੇਸ਼ ਕੀਤਾ ਉਸਨੇ। ਤਾਂ ਇਸ ਦੇ ਨਾਟਕ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਰੀ ਚੇਤਨਾ ਸੰਬੰਧੀ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ ਨੇ। ਤਾਂ ਇਹ ਜਿਹੜਾ ਨਾਟਕ ਹੈ ਇੱਕ ਔਰਤ ਦੇ ਦਮਨ ਦੀ ਗਾਥਾ ਬਣ ਜਾਂਦਾ ਹੈ। ਸ਼ਿਵਰਾਜ ਵੀਰ ਦੁਆਰਾ ਆਪਣੇ ਇਸ ਨਾਟਕ ਸ਼ਾਇਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਇੱਕ ਲੜਕੀ ਆਇਸ਼ਾ ਦੀ ਗਾਥਾ ਨੂੰ ਪੇਸ਼ ਕੀਤਾ ਗਿਆ ਹੈ। ਤਾਂ ਕਹਿਣ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੱਕ ਔਰਤ ਦੀ ਕਹਾਣੀ ਨੂੰ ਪੇਸ਼ ਕੀਤਾ ਗਾ ਕਿ ਉਸਦੇ ਰਾਹੀਂ ਦਰਸਾਇਆ ਗਾ ਕਿ ਉਸ ਸਮੇਂ ਔਰਤ ਦੀ ਸਥਿਤੀ ਕਿਹੋ ਜਿਹੀ ਸੀ, ਕਿਸ ਤਰ੍ਹਾਂ ਉਸਨੂੰ ਦਬਾਇਆ ਜਾਂਦਾ ਸੀ, ਕਿਸ ਤਰ੍ਹਾਂ ਉਸਦਾ ਦਮਨ ਕੀਤਾ ਜਾਂਦਾ ਸੀ। ਤਾਂ ਆਇਸ਼ਾ ਨੂੰ ਮੌਲਵੀ ਕੋਲ ਪੜ੍ਹਨ ਪਾਇਆ ਜਾਂਦਾ। ਉਹ ਸ਼ਾਇਰੀ ਸਿੱਖਦੀ ਹੈ ਤੇ ਸੁਪਨੇ ਸਿਰਜਦੀ ਹੈ, ਅਜਿਹੇ ਸੁਪਨੇ ਜਿਨ੍ਹਾਂ ਦੀ ਉਸ ਸਮੇਂ ਦੇ ਸਮਾਜ ਵਿੱਚ ਔਰਤ ਨੂੰ ਪ੍ਰਵਾਨਗੀ ਨਹੀਂ ਸੀ। ਸਮਾਜ ਵਿੱਚ ਉਸਦੀ ਸ਼ਾਇਰੀ ਨੂੰ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ। ਤਾਂ ਇੱਥੋਂ ਸਾਨੂੰ ਸਭ ਤੋਂ ਪਹਿਲਾਂ ਵੇਖਣ ਵਿੱਚ ਪਤਾ ਚੱਲ ਜਾਂਦਾ ਹੈ ਕਿ ਜਿਹੜੀ ਔਰਤ ਹੈ ਉਸਨੂੰ ਸੁਪਨੇ ਵੇਖਣ ਜਾਂ ਸ਼ਾਇਰੀ ਕਰਨ ਦੀ ਆਗਿਆ ਨਹੀਂ ਸੀਗੀ। ਸ਼ਿਵਰਾਜ ਵੀਰ ਨੇ ਆਪਣੇ ਇਸ ਨਾਟਕ ਵਿੱਚ ਉਸ ਆਇਸ਼ਾ ਨਾਂ ਦੀ ਲੜਕੀ ਨੂੰ ਪੜ੍ਹਦਿਆਂ ਹੋਇਆ ਵਿਖਾਇਆ ਗਿਆ, ਪਰੰਤੂ ਉਸ ਸਮੇਂ ਬਹੁਤੀਆਂ ਲੜਕੀਆਂ ਨੂੰ ਪੜ੍ਹਨ ਲਿਖਣ ਦੀ ਵੀ ਆਗਿਆ ਨਹੀਂ ਹੁੰਦੀ ਸੀਗੀ। ਤਾਂ ਨੈਕਸਟ, ਸਮਾਜ ਵਿੱਚ ਉਸਦੀ ਸ਼ਾਇਰੀ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਤਾਂ ਉਹ ਜਿਹੜੀ ਲੜਕੀ ਆ ਆਇਸ਼ਾ, ਉਹ ਪੜ੍ਹ ਲਿਖ ਜਾਂਦੀ ਹੈ ਤਾਂ ਉਹ ਮੁਹੱਬਤ ਵਿੱਚ ਪੈ ਕੇ ਸਮਾਜਿਕ ਬੰਧਨਾਂ ਨੂੰ ਤੋੜਦੀ ਹੈ ਤੇ ਉਹ ਰਹਿਮਤ ਅਲੀ ਦੇ ਨਾਂ ਦੇ ਇੱਕ ਘੋੜਸਵਾਰ ਨਾਲ ਦੌੜ ਜਾਂਦੀ ਹੈ। ਤਾਂ ਰਹਿਮਤ ਅਲੀ ਉਸਦੀ ਸ਼ਾਇਰੀ ਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਅੱਗੇ ਆਇਸ਼ਾ ਨੂੰ ਜਿਹੜਾ ਇਲਾਹੀ ਬਖਸ਼ ਦੇ ਕੋਲ ਵੇਚ ਦਿੰਦਾ ਗਾ। ਤੇ ਇੱਥੇ ਵੀ ਉਸਦੇ ਸੁਪਨਿਆਂ ਤੇ ਉਸਦੀ ਸ਼ਾਇਰੀ ਦੀ ਕੋਈ ਵੀ ਕਦਰ ਨਹੀਂ ਹੁੰਦੀ। ਇਸ ਲਈ ਉਹ ਚਾਹੁੰਦੀ ਹੈ ਕਿ ਉਹ ਆਪਣੇ ਪਿੰਡ ਵਾਪਸ ਚਲੀ ਜਾਵੇ, ਆਪਣੇ ਪਰਿਵਾਰ ਦੇ ਕੋਲ। ਪਰੰਤੂ ਜਿਹੜਾ ਉਸਦਾ ਪਰਿਵਾਰ ਆ ਉਹ ਵੀ ਉਸ ਤੋਂ ਬਾਅਦ ਉਹਨੂੰ ਪ੍ਰਵਾਨ ਨਹੀਂ ਕਰਦੇ, ਉਸਨੂੰ ਵਾਪਸ ਹੀ ਭੇਜ ਦਿੱਤੇ ਜਾਂਦੇ। ਤਾਂ ਪਿੰਡ ਵਿੱਚ ਕੋਈ ਵੀ ਉਸਨੂੰ ਮਿਲਣਾ ਨਹੀਂ ਚਾਹੁੰਦਾ, ਤਾਂ ਫਿਰ ਉਹ ਵਾਪਸ ਆ ਜਾਂਦੀ ਹੈ। ਤਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਕਿਹੜੀ ਇਹ ਗਾਥਾ ਗਈ ਔਰਤ ਦੀ, ਇੱਕ ਉਸਦੇ ਦਮਨ ਦੀ ਗਾਥਾ ਇਹਨਾਂ ਨੇ ਪੇਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਮਾਜ ਵਿੱਚ ਉਹ ਵਿਤਕਰੇ ਦਾ ਸ਼ਿਕਾਰ ਹੁੰਦੀ ਹੈ। ਤਾਂ ਉਸ ਤੋਂ ਬਾਅਦ ਨੈਕਸਟ ਅਸੀਂ ਪੁਆਇੰਟ ਦੇਖਦੇ ਹਾਂ ਸਾਡੇ ਕੋਲ, ਜਿਹੜਾ ਹੈਗਾ ਔਰਤ ਦੇ ਸੁਪਨਿਆਂ ਦਾ ਦਮਨ। ਆਇਸ਼ਾ ਮੌਲਵੀ ਕੋਲੋਂ ਤਾਲੀਮ ਲੈਂਦਿਆਂ ਸੁਪਨੇ ਸਿਰਜਦੀ ਹੈ, ਪਰੰਤੂ ਸਮਾਜ ਵਿੱਚ ਉਸ ਸਮੇਂ ਔਰਤ ਨੂੰ ਸੁਪਨੇ ਵੇਖਣ ਦੀ ਆਜ਼ਾਦੀ ਨਹੀਂ ਸੀ। ਇਸ ਲਈ ਉਸਦੇ ਸੁਪਨੇ ਜਿਹੜੇ ਪੂਰੇ ਨਹੀਂ ਹੋਣ ਦਿੱਤੇ ਜਾਂਦੇ ਤੇ ਉਹ ਆਪਣੇ ਸੁਪਨਿਆਂ ਦੀ ਪੂਰਤੀ ਲਈ ਸੰਘਰਸ਼ ਕਰਦੀ ਹੋਈ ਨਜ਼ਰ ਆਉਂਦੀ ਹੈ। ਤੇ ਜਿੱਥੋਂ ਤੱਕ ਗੱਲ ਸ਼ਾਇਰੀ ਦੀ ਕਰੀਏ ਤਾਂ ਸ਼ਾਇਰੀ ਸਿਰਫ ਮਰਦ ਦਾ ਜਿਹੜਾ ਅਧਿਕਾਰ ਉਸ ਸਮੇਂ ਹੁੰਦਾ ਸੀ। ਇਹ ਸੋਚਿਆ ਜਾਂਦਾ ਕਿ ਸ਼ਾਇਰੀ ਤਾਂ ਸਿਰਫ ਮਰਦ ਹੀ ਕਰ ਸਕਦੇ ਨੇ। ਸ਼ਾਇਰੀ ਨਾਟਕ ਉਸ ਸਮੇਂ ਦੀ ਰਚਨਾ ਹੈ ਜਦੋਂ ਸਮਾਜ ਵਿੱਚ ਔਰਤ ਨੂੰ ਸ਼ਾਇਰੀ ਕਰਨ ਦੀ ਪ੍ਰਵਾਨਗੀ ਹਾਸਲ ਨਹੀਂ ਸੀ। ਇਹ ਤਾਂ ਸਿਰਫ ਮਰਦਾਂ ਦੇ ਅਧਿਕਾਰ ਖੇਤਰ ਵਿੱਚ ਸੀ। ਅਜਿਹੇ ਵਿੱਚ ਆਇਸ਼ਾ ਦੀ ਸ਼ਾਇਰੀ ਅਤੇ ਇਸ਼ਕ ਜਿਹੜਾ ਉਹ ਸਮਾਜ ਲਈ ਇੱਕ ਵੰਗਾਰ ਸੀ ਤੇ ਇਸੇ ਲਈ ਹੀ ਆਇਸ਼ਾ ਨੂੰ ਜਿਹੜਾ ਸਮਾਜਿਕ ਤੌਰ ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਗਾ। ਤੇ ਔਰਤ ਦਾ ਦੁਜੈਲਾ ਸਥਾਨ, ਇਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਔਰਤ ਨੂੰ ਸਮਾਜ ਵਿੱਚ ਦੂਜਾ ਸਥਾਨ ਹਾਸਲ ਸੀ, ਦੁਜੈਲਾ ਸੀ। ਉਸ ਸਮੇਂ ਸਮਾਜ ਜਿਹੜਾ ਮਰਦ ਪ੍ਰਧਾਨ ਸੀ ਤੇ ਔਰਤ ਨੂੰ ਦੂਜੇ ਦਰਜੇ ਉੱਪਰ ਰੱਖਿਆ ਜਾਂਦਾ ਸੀ। ਉਸਨੂੰ ਬਹੁਤੇ ਅਧਿਕਾਰ ਪ੍ਰਾਪਤ ਨਹੀਂ ਸਨ। ਉਸਨੂੰ ਘਰ ਦੀ ਚਾਰ ਦੀਵਾਰੀ ਅੰਦਰ ਕੈਦ ਰੱਖਿਆ ਜਾਂਦਾ ਸੀ। ਅਜਿਹੇ ਵਿੱਚ ਆਇਸ਼ਾ ਲਈ ਜਿਹੜੀ ਆਇਸ਼ਾ ਉਹ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਹੋਈ ਖੁਦ ਕੁਰਬਾਨ ਤੱਕ ਹੋ ਜਾਂਦੀ ਹੈ। ਤੇ ਔਰਤ ਨੂੰ ਉਸ ਸਮੇਂ ਕਾਮ ਪੂਰਤੀ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ।
ਪ੍ਰਾਚੀਨ ਸਮੇਂ ਤੋਂ ਹੀ ਔਰਤ ਨੂੰ ਕਾਮ ਪੂਰਤੀ ਦਾ ਸਾਧਨ ਮੰਨਿਆ ਜਾਂਦਾ ਰਿਹਾ। ਸਮਾਜ ਵਿਚਲੇ ਮਰਦ ਉਸ ਨੂੰ ਇੱਕ ਸਿਰਫ ਵਰਤਣ ਦੀ ਸ਼ੈ ਵਾਂਗ ਹੀ ਮੰਨਦੇ ਸਨ। ਤੇ ਇਸ ਨਾਟਕ ਵਿਚਲੇ ਰਹਿਮਤ ਅਲੀ ਤੇ ਇਲਾਹੀ ਬਖਸ਼ ਵਰਗੇ ਵੀ ਸਾਨੂੰ ਪਾਤਰ ਨਜ਼ਰ ਆ ਜਾਂਦੇ ਨੇ, ਜੋ ਕਿ ਆਇਸ਼ਾ ਨਾਲ ਜਿਸਮਾਨੀ ਤੌਰ ਤੇ ਤਾਂ ਸੰਬੰਧ ਰੱਖਣਾ ਚਾਹੁੰਦੇ ਨੇ, ਪਰੰਤੂ ਉਸਦੀ ਸ਼ਾਇਰੀ ਜਾਂ ਉਸਦੇ ਸੁਪਨਿਆਂ ਦੀ ਉਹ ਕਦਰ ਨਹੀਂ ਕਰਦੇ ਬਿਲਕੁਲ ਵੀ। ਤੇ ਸ਼ਿਵਰਾਜ ਵੀਰ ਦੁਆਰਾ ਇਸ ਨਾਟਕ ਦੇ ਵਿੱਚ ਔਰਤ ਦੇ ਸੰਘਰਸ਼ ਦੀ ਇੱਕ ਕਹਾਣੀ ਪੇਸ਼ ਕੀਤੀ ਗਈ ਹੈ। ਸ਼ਿਵਰਾਜ ਵੀਰ ਦੁਆਰਾ ਆਪਣੇ ਇਸ ਨਾਟਕ ਸ਼ਾਇਰੀ ਰਾਹੀਂ ਔਰਤ ਦੁਆਰਾ ਆਪਣੇ ਅਧਿਕਾਰਾਂ ਲਈ ਕੀਤੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ। ਤਾਂ ਸ਼ਿਵਰਾਜ ਵੀਰ ਦੁਆਰਾ ਨਾਰੀ ਚੇਤਨਾ ਦੇ ਸੰਬੰਧ ਵਿੱਚ ਇੱਕ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਇਸ ਨਾਟਕ ਦੇ ਵਿੱਚ, ਕਿ ਇੱਕ ਔਰਤ ਆਇਸ਼ਾ ਨਾਂ ਦੀ ਲੜਕੀ ਕਿਸ ਤਰ੍ਹਾਂ ਸੰਘਰਸ਼ ਕਰਦੀ ਹੈ, ਕਿ ਔਰਤ ਸੰਘਰਸ਼ ਕਿਸ ਤਰ੍ਹਾਂ ਕਰ ਸਕਦੀ ਹੈ। ਤੇ ਉਹ ਆਇਸ਼ਾ ਨਾਂ ਦੀ ਲੜਕੀ ਆਪਣੇ ਸੁਪਨਿਆਂ ਲਈ ਸੰਘਰਸ਼ ਕਰਦੀ ਹੈ। ਤੇ ਇਸ ਸੰਘਰਸ਼ ਵਿੱਚ ਸਰੀਰਕ ਤਲ ਉੱਪਰ ਉਹ ਭਾਵੇਂ ਸਾਨੂੰ ਹਾਰਦੀ ਹੋਈ ਨਜ਼ਰ ਆਉਂਦੀ ਹੈ, ਪਰੰਤੂ ਰੂਹਾਨੀ ਤਲ ਉੱਪਰ ਉਹ ਨਿਰੰਤਰ ਆਪਣੀ ਮੁਕਤੀ ਲਈ ਯਤਨਸ਼ੀਲ ਹੁੰਦੀ ਹੈ। ਤੇ ਇਸ ਤਰ੍ਹਾਂ ਦਾ ਉਹ ਸੰਘਰਸ਼ ਕਰਦੀ ਕਰਦੀ ਉਹ ਆਇਸ਼ਾ ਜਿਹੜੀ ਉਹ ਪੀਰੋ ਬਣ ਜਾਂਦੀ ਹੈ। ਆਪਣੀ ਹੋਂਦ ਲਈ ਕੀਤੇ ਪਰਸਪਰ ਸੰਘਰਸ਼ ਰਾਹੀਂ ਆਇਸ਼ਾ ਪੀਰੋ ਬਣ ਜਾਂਦੀ ਹੈ। ਸੰਤ ਗੁਲਾਬ ਦਾਸ ਕੋਲ ਜਾ ਕੇ ਆਇਸ਼ਾ ਸਭ ਭੇਦਭਾਵ ਅਤੇ ਵਿਤਕਰਿਆਂ ਤੋਂ ਉੱਪਰ ਉੱਠ ਜਾਂਦੀ ਹੈ ਅਤੇ ਰੂਹਾਨੀ ਰੂਹ ਦੇ ਪੱਧਰ ਉੱਪਰ ਆਪਣੇ ਪੀਰ ਗੁਲਾਬ ਦਾਸ ਨਾਲ ਇੱਕਮਿਕ ਹੋ ਜਾਂਦੀ ਹੈ ਤੇ ਪੀਰੋ ਬਣ ਜਾਂਦੀ ਹੈ। ਅਸਲ ਵਿੱਚ ਆਇਸ਼ਾ ਦਾ ਪੀਰੋ ਬਣ ਜਾਣਾ ਔਰਤ ਦੀ ਸਮਾਜਿਕ ਸਥਿਤੀ ਦੇ ਬਦਲ ਜਾਣ ਦਾ ਪ੍ਰਤੀਕ ਆ। ਔਰਤ ਦੀ ਸਮਾਜਿਕ ਸਥਿਤੀ ਦੇ ਸੁਧਰ ਜਾਣ ਦਾ ਇੱਕ ਚਿੰਨ੍ਹ ਆ ਉਸਦਾ ਆਇਸ਼ਾ ਤੋਂ ਪੀਰੋ ਬਣ ਜਾਣਾ। ਤਾਂ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਿਵਰਾਜ ਵੀਰ ਨੇ ਆਪਣੇ ਇਸ ਨਾਟਕ ਵਿੱਚ ਇੱਕ ਅਜਿਹੀ ਔਰਤ ਦੀ ਗਾਥਾ ਨੂੰ ਪੇਸ਼ ਕੀਤਾ ਹੈ ਜੋ ਆਪਣੇ ਸੁਪਨਿਆਂ ਦੀ ਆਜ਼ਾਦੀ ਲਈ ਸਮਾਜ ਨਾਲ ਟੱਕਰ ਲੈਂਦੀ ਹੈ। ਮੱਧਕਾਲੀਨ ਸਮਾਜ ਵਿੱਚ ਜਿੱਥੇ ਔਰਤ ਸਮਾਜਿਕ ਵਿਤਕਰੇ ਦਾ ਸ਼ਿਕਾਰ ਸੀ, ਉੱਥੇ ਸ਼ਿਵਰਾਜ ਵੀਰ ਦੁਆਰਾ ਆਇਸ਼ਾ ਨੂੰ ਇੱਕ ਸੰਘਰਸ਼ ਦਾ ਚਿੰਨ੍ਹ ਬਣਾ ਕੇ ਪੇਸ਼ ਕੀਤਾ ਗਿਆ ਹੈਗਾ ਕਿ ਔਰਤ ਵੀ ਇਸ ਤਰ੍ਹਾਂ ਸੰਘਰਸ਼ ਕਰ ਸਕਦੀ ਹੈ, ਕਿਉਂਕਿ ਅੱਜ ਦੇ ਸਮਾਜ ਵਿੱਚ ਵੀ ਔਰਤ ਨੂੰ ਕੁਝ ਅਧਿਕਾਰ ਜਿਹੜੇ ਉਹਨਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਤਾਂ ਉਸ ਔਰਤ ਨੂੰ ਆਪਣੇ ਇਹਨਾਂ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨਾ ਚਾਹੀਦਾ ਹੈਗਾ। ਤਾਂ ਅਸੀਂ ਇੱਥੇ ਸ਼ਿਵਰਾਜ ਵੀਰ ਦੁਆਰਾ ਰਚਿਤ ਨਾਟਕ ਸ਼ਾਇਰੀ ਦੇ ਵਿੱਚ ਨਾਰੀ ਚੇਤਨਾ ਕਿਸ ਤਰ੍ਹਾਂ ਪੇਸ਼ ਹੋਈ ਹੈ, ਇਸ ਨੂੰ ਸੰਖੇਪ ਰੂਪ ਵਿੱਚ ਬਿਆਨ ਕੀਤਾ ਗਾ। ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ। ਧੰਨਵਾਦ।